ਸ਼੍ਰੀਲੰਕਾ ਦੇਸ਼ ਵਿੱਚ ਇੱਕ ਸਟੇਟ ਐਮਰਜੈਂਸੀ ਚੱਲ ਰਹੀ ਹੈ। ਸੋਸ਼ਲ ਮੀਡੀਆ ਵੈਬਸਾਈਟਸ ਤੇ ਬੈਨ ਲਾ ਦਿੱਤਾ ਗਿਆ ਹੈ ਤੇ ਪੂਰੇ ਸ਼੍ਰੀਲੰਕਾ ਟਾਪੂ ਤੇ ਕਰਫਿਊ ਲਾ ਦਿੱਤਾ ਗਿਆ ਹੈ। ਲੱਖਾਂ ਦੀ ਤਾਦਾਦ ਵਿੱਚ ਲੋਕ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਨੇ। ਪੂਰੇ ਦੇਸ਼ ਵਿੱਚ ਸਖਤ ਸ਼ਾਰਟੇਜ ਹੋ ਚੁੱਕੀ ਹੈ ਫਿਊਲ ਦੀ ਤੇ ਖਾਣ ਵਾਲੇ ਸਮਾਨ ਦੀ। ਲੋਕ ਪੂਰੀ ਤਰ੍ਹਾਂ ਗੁੱਸੇ ਵਿੱਚ ਨੇ ਔਰ ਸ਼੍ਰੀਲੰਕਾ ਸਰਕਾਰ ਦੇ ਖਿਲਾਫ ਭੜਕੇ ਹੋਏ ਨੇ। ਦੋਸਤੋ, ਸ਼੍ਰੀਲੰਕਾ ਇੱਕ ਬਹੁਤ ਭਾਰੀ ਇਕਨੋਮਿਕ ਕ੍ਰਾਈਸਿਸ ਯਾਨੀ ਆਰਥਿਕ ਤੰਗੀ ਚੋਂ ਲੰਘ ਰਿਹਾ ਹੈ। ਕੀ ਕਾਰਨ ਨੇ ਇਹਨਾਂ ਹਾਲਾਤਾਂ ਦੇ ਪਿੱਛੇ? ਆਓ समझने की कोशिश करते हैं। हालात बहुत खराब हैं। वहाँ इमरजेंसी के साथ 36 घंटे का पुलिस कर्फ्यू भी लगा हुआ है। खाने पीने के सामान की कमी के साथ लोग पेट्रोल डीजल की कमी से भी जूझ रहे हैं। श्रीलंका के गुस्साए लोगों ने राष्ट्रपति के आवास पर धावा बोलने की कोशिश की, जहां उनका सामना पानी की तेज बौछारों और आंसू गैस के गोलों से। ਦੋਸਤੋ, ਸਭ ਤੋਂ ਪਹਿਲਾਂ ਸ਼੍ਰੀਲੰਕਾ ਦੀ ਮੌਜੂਦਾ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਫੈਬਰੂਅਰੀ ਮਹੀਨੇ ਵਿੱਚ ਸ਼੍ਰੀਲੰਕਾ ਦੇ ਜੋ ਫੋਰਨ ਕਰੰਸੀ ਰਿਜ਼ਰਵ ਸੀ ਉਹ ਸਿਰਫ $2.3 ਬਿਲੀਅਨ ਸੀ। ਜਨਵਰੀ 2020 ਦੇ ਕੰਪੈਰੀਜ਼ਨ ਵਿੱਚ ਇਹ 70% ਗਿਰਾਵਟ ਵਿੱਚ ਨੇ। ਦੋਸਤੋ, ਕਿਸੇ ਵੀ ਦੇਸ਼ ਵਿੱਚ ਅਗਰ ਫੋਰਨ ਰਿਜ਼ਰਵਸ ਘੱਟ ਹੈ ਤਾਂ ਉਸ ਦੇਸ਼ ਨੂੰ ਬਾਹਰ ਤੋਂ ਸਮਾਨ ਇੰਪੋਰਟ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਮੌਜੂਦਾ ਸਥਿਤੀ ਦੇ ਹਿਸਾਬ ਨਾਲ ਸ਼੍ਰੀਲੰਕਾ ਸਿਰਫ 1 ਮਹੀਨੇ ਦਾ ਇੰਪੋਰਟ ਗੁੱਡਸ ਹੀ ਲੈ ਸਕਦਾ। ਇੰਪੋਰਟ ਗੁੱਡਸ ਯਾਨੀ ਫਿਊਲ, फूड हो गया, मेडिसिन होगी। दोस्तों, श्रीलंका की इकोनॉमी इंपोर्ट्स ऊपर बहुत निर्भर करती है क्योंकि इन्हां गुड्स की प्रोडक्शन ही नहीं है श्रीलंका विच। सिर्फ पिछले महीने ही 25% इन्फ्लेशन यानी कि महंगाई बढ़ चुकी है। ਤੁਹਾਨੂੰ ਇੱਥੇ ਦੱਸ ਦਈਏ ਮੌਜੂਦਾ ਸਥਿਤੀ ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਜੋ ਚਾਵਲ ਨੇ ਉਹ ਹੈ 290 ਰੁਪਏ ਕਿਲੋ, ਚੀਨੀ ਹੈ 290 ਰੁਪਏ ਕਿਲੋ, ਮਿਲਕ ਪਾਊਡਰ ਜੋ ਕਿ 400 ਗ੍ਰਾਮ ਉਹ ਹੈਗਾ 790 ਰੁਪਏ ਕਿਲੋ ਸ਼੍ਰੀਲੰਕਨ ਰੁਪੀਸ ਵਿੱਚ। ਮੌਜੂਦਾ ਸਥਿਤੀ ਇੰਨੀ ਵਿਗੜੀ ਹੋਈ ਹੈ ਕਿ ਇੱਕ ਸਿੰਪਲ ਚਾਹ ਦਾ ਕੱਪ ਹੋਟਲ ਵਿੱਚ 100 ਰੁਪਏ ਦਾ ਪੈ ਰਿਹਾ ਹੈ। ਇਹ ਇਕਨੋਮਿਕ ਕ੍ਰਾਈਸਿਸ ਦਾ ਇਲੈਕਟ੍ਰਿਸਿਟੀ ਸਪਲਾਈ ਤੇ ਵੀ ਬਹੁਤ ਵੱਡਾ ਪ੍ਰਭਾਵ ਪੈ ਰਿਹਾ। 24 ਘੰਟਿਆਂ ਵਿੱਚੋਂ ਸਿਰਫ 4 ਘੰਟੇ ਦੀ ਇਲੈਕਟ੍ਰਿਸਿਟੀ ਦੀ ਸਪਲਾਈ ਹੀ ਦਿੱਤੀ ਜਾ ਰਹੀ ਹੈ। ਸਟਰੀਟ ਲਾਈਟਸ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਜੋ ਥੋੜੀ ਬਹੁਤ ਬਚਤ ਕੀਤੀ ਜਾ ਸਕੇ। ਇੱਥੋਂ ਤੱਕ ਕਿ ਪ੍ਰਿੰਟਿੰਗ ਇੰਡਸਟਰੀ ਕੋਲ ਵੀ ਪੇਪਰ ਘਟ ਚੁੱਕਿਆ ਹੈ ਤੇ ਨਾਲ ਹੀ ਸਕੂਲ ਦੇ ਐਗਜ਼ਾਮ ਵੀ ਪੋਸਟਪੋਨ ਕਰ ਦਿੱਤੇ ਗਏ ਨੇ। ਕੁਕਿੰਗ ਗੈਸ ਦੀ ਸਪਲਾਈ ਹਫਤੇ ਵਿੱਚ ਸਿਰਫ ਇੱਕ ਵਾਰ ਹੋ ਚੁੱਕੀ ਹੈ। ਇੱਥੇ ਗੈਸ ਪ੍ਰਾਈਸ 3000 ਤੋਂ ਲੈ ਕੇ 4200 ਰੁਪਏ ਸ਼੍ਰੀਲੰਕਨ ਰੁਪੀਸ ਹੋ ਚੁੱਕੇ ਨੇ। ਕਈ ਲੋਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਰਿਫਿਊਜੀ ਇੰਡੀਆ ਆਉਣ ਦੇ ਵੀ ਅਸਾਰ ਨੇ। ਇੰਡੀਆ ਕਈ ਸਾਰੇ ਤਰੀਕਿਆਂ ਨਾਲ ਸ਼੍ਰੀਲੰਕਾ ਨੂੰ ਸਪੋਰਟ ਕਰ ਰਿਹਾ ਹੈ, ਜਿਸ ਵਿੱਚ 17 ਮਾਰਚ 2022 ਨੂੰ $1 ਬਿਲੀਅਨ ਦੀ ਕ੍ਰੈਡਿਟ ਲਾਈਨ ਸਾਈਨ ਕੀਤੀ ਗਈ ਸੀ। ਇੱਥੇ ਸ਼੍ਰੀਲੰਕਾ ਦੁਆਰਾ $1 ਬਿਲੀਅਨ ਕ੍ਰੈਡਿਟ ਲਾਈਨ ਹੋਰ ਦੀ ਰਿਕੁਐਸਟ ਕੀਤੀ ਗਈ ਹੈ। ਇਸੇ ਤਰ੍ਹਾਂ ਚਾਈਨਾ ਤੋਂ ਵੀ ਮਦਦ ਮੰਗੀ ਗਈ ਹੈ ਤੇ ਨਾਲ ਹੀ ਵੱਡੀਆਂ ਆਰਗੇਨਾਈਜੇਸ਼ਨ ਜਿਵੇਂ IMF ਤੇ ਵਰਲਡ ਬੈਂਕ ਤੋਂ ਵੀ ਮਦਦ ਮੰਗੀ ਗਈ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਭਾਰੀ ਇਕਨੋਮਿਕ ਕ੍ਰਾਈਸਿਸ ਆਏ ਕਿਵੇਂ? ਕੀ ਕਾਰਨ ਨੇ ਸ਼੍ਰੀਲੰਕਾ ਦੀ ਇਸ ਮੰਦੀ ਹਾਲਤ ਪਿੱਛੇ? ਆਓ ਇਹ ਕਾਰਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੋਸਤੋ, ਮੇਰਾ ਨਾਮ ਹੈ ਰਿਸ਼ਪਾਲ ਔਰ ਮੈਂ ਤੁਹਾਡਾ ਸਾਡੇ ਚੈਨਲ ਫੈਕਟਸ ਬਿਸਾਈਡ ਤੇ ਸਵਾਗਤ ਕਰਦਾ। ਕਾਰਨ ਨੰਬਰ 1, ਪਹਿਲਾ ਵੱਡਾ ਕਾਰਨ ਹੈ ਟੂਰਿਜ਼ਮ। 2018 ਵਿੱਚ ਸ਼੍ਰੀਲੰਕਾ ਇੱਕ ਟੌਪ ਲਿਸਟ ਵਿੱਚ ਆਉਂਦਾ ਸੀ ਟੂਰਿਜ਼ਮ ਇੰਡਸਟਰੀ ਵਿੱਚ। ਲੱਖਾਂ ਦੀ ਤਾਦਾਦ ਵਿੱਚ ਫੋਰਨ ਟੂਰਿਸਟ ਇੱਥੇ ਘੁੰਮਣ ਆਉਂਦੇ ਸੀ। 2018 ਦਾ ਸਾਲ ਰਿਕਾਰਡ ਬ੍ਰੇਕਿੰਗ ਸਾਲ ਸੀ ਸ਼੍ਰੀਲੰਕਨ ਟੂਰਿਜ਼ਮ ਲਈ। ਦੋਸਤੋ, ਇੱਥੇ ਤੁਹਾਨੂੰ ਦੱਸ ਦਵਾਂ ਕਿ ਸ਼੍ਰੀਲੰਕਾ ਦੀ GDP 12 ਤੋਂ 13% ਟੂਰਿਜ਼ਮ ਦੇ ਉੱਪਰ ਨਿਰਭਰ ਕਰਦੀ ਸੀ। ਪਰ ਇਹ ਗਿਰਾਵਟ ਉਦੋਂ ਆਈ ਜਦੋਂ ਸ਼੍ਰੀਲੰਕਾ ਵਿੱਚ April 2019 ਵਿੱਚ ਮਲਟੀਪਲ ਬੰਬ ਅਟੈਕ ਹੋਏ। ਇਸ ਨੂੰ ਈਸਟਰ ਡੇ ਬੰਬਿੰਗ ਕਿਹਾ ਜਾਂਦਾ ਹੈ। 3 ਚਰਚਸ ਤੇ 3 ਹੋਟਲਸ ਤੇ ਅਟੈਕ ਹੋਏ ਔਰ ਜਿਸ ਵਿੱਚ 45 ਫੋਰਨ ਟੂਰਿਸਟ ਮਾਰੇ ਗਏ। ਹੁਣ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਇਸ ਇੱਕ ਦਿਨ ਨੇ ਕਿਸ ਤਰ੍ਹਾਂ ਸ਼੍ਰੀਲੰਕਾ ਦਾ ਟੂਰਿਜ਼ਮ ਬਰਬਾਦ ਕਰ ਦਿੱਤਾ ਔਰ ਟੂਰਿਸਟ ਇੱਥੇ ਆਉਣੋਂ ਘਟ ਗਏ। ਪੂਰੀ ਦੁਨੀਆ ਵਿੱਚ 2020 ਵਿੱਚ ਆਏ COVID-19 ਕਰਕੇ ਹਾਹਾਕਾਰ ਮਚੀ ਹੋਈ ਸੀ। ਇਸ ਦਾ ਪ੍ਰਭਾਵ ਸ਼੍ਰੀਲੰਕਾ ਤੇ ਵੀ ਬਹੁਤ ਵੱਡਾ ਰਿਹਾ। ਸ਼੍ਰੀਲੰਕਾ ਦਾ ਟੂਰਿਜ਼ਮ ਪਹਿਲਾਂ ਹੀ 2018 ਵਿੱਚ ਬੰਬ ਧਮਾਕਿਆਂ ਦੀ ਚਪੇਟ ਵਿੱਚ ਆਇਆ ਹੋਇਆ ਸੀ ਔਰ ਹੁਣ COVID-19 ਕਰਕੇ ਇਸ ਦੇ ਹਾਲਾਤ ਹੋਰ ਵੀ ਜ਼ਿਆਦਾ ਵਿਗੜ ਗਏ ਔਰ ਸ਼੍ਰੀਲੰਕਾ ਦਾ ਇਹ ਟੂਰਿਜ਼ਮ ਖਤਮ ਹੋ ਗਿਆ। ਨੰਬਰ 2, ਦੂਜਾ ਵੱਡਾ ਕਾਰਨ ਹੈ ਵੈਟ ਟੈਕਸਸ ਯਾਨੀ ਕਿ ਵੈਲਿਊ ਐਡਡ ਟੈਕਸਸ। ਸ਼੍ਰੀਲੰਕਾ ਦੇ ਪ੍ਰੈਜ਼ੀਡੈਂਟ ਗੋਟਾਬਾਇਆ ਰਾਜਾਪਕਸਾ 2019 ਵਿੱਚ ਇਲੈਕਸ਼ਨ ਜਿੱਤ ਕੇ ਪਾਵਰ ਵਿੱਚ ਆਏ। ਇਹਨਾਂ ਨੇ ਆਉਂਦੇ ਹੀ 1 ਦਸੰਬਰ 2019 ਵਿੱਚ ਇਕਨੋਮਿਕ ਗ੍ਰੋਥ ਲਿਆਉਣ ਲਈ ਵੈਲਿਊ ਐਡਡ ਟੈਕਸ ਘਟਾ ਦਿੱਤੇ। ਜਿੱਥੇ ਟੈਕਸ 15% ਲਾਇਆ ਜਾਂਦਾ ਸੀ ਉਹ ਸਿਰਫ 8% ਕਰ ਦਿੱਤਾ ਗਿਆ। ਸਰਕਾਰ ਦਾ ਇੱਥੇ ਇਹ ਕਹਿਣਾ ਸੀ ਕਿ ਇੱਥੇ ਟੈਕਸ ਘੱਟ ਕਰਨ ਦਾ ਇਹ ਕਾਰਨ ਸੀ ਕਿ ਟੈਕਸ ਘੱਟ ਕਰਨ ਨਾਲ ਲੋਕ ਜ਼ਿਆਦਾ ਚੀਜ਼ਾਂ ਖਰੀਦਣਗੇ। ਪਰ ਇਸ ਦੇ ਉਲਟ ਕੋਵਿਡ ਪੈਂਡੇਮਿਕ ਕਰਕੇ ਔਰ ਲਾਕਡਾਊਨ ਕਰਕੇ ਇਹ ਖਰੀਦਦਾਰੀ ਬਿਲਕੁਲ ਵੀ ਨਹੀਂ ਹੋਈ। ਦੋਸਤੋ, ਇਹ ਲੌਜਿਕ ਗਲਤ ਨਹੀਂ ਸੀ ਪਰ ਸਰਕਾਰ ਦੀ ਇੱਥੇ ਟਾਈਮਿੰਗ ਗਲਤ ਰਹੀ। ਇਸ ਕੋਵਿਡ ਨੇ ਸਰਕਾਰ ਦੀ ਪਾਲਿਸੀ ਨੂੰ ਤਹਿਸ-ਨਹਿਸ ਕਰ ਦਿੱਤਾ। ਇਸ ਇੱਕ ਡਿਸੀਜਨ ਨਾਲ ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ, ਜਿਸ ਨਾਲ ਗਵਰਨਮੈਂਟ ਰੈਵਨਿਊ ਬਰਬਾਦ ਹੋ ਗਿਆ ਔਰ ਪਬਲਿਕ ਡੈਪਟ ਯਾਨੀ ਸਰਕਾਰ ਕਰਜ਼ਾ ਵੱਧ ਗਿਆ। ਇਸ ਦੇ ਨਾਲ ਇੱਕ ਹੋਰ ਵੱਡਾ ਡਿਸੀਜਨ ਪ੍ਰੈਜ਼ੀਡੈਂਟ ਗੋਟਬਾਇਆ ਰਾਜਾਪਕਸਾ ਦੁਆਰਾ ਲਿੱਤਾ ਗਿਆ ਸੀ। 2019 ਦੀ ਕੈਂਪੇਨਿੰਗ ਰੈਲੀ ਵਿੱਚ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਪੂਰੇ ਦੇਸ਼ ਵਿੱਚ ਐਗਰੀਕਲਚਰ ਨੂੰ ਆਰਗੈਨਿਕ ਬਣਾ ਦੇਣਗੇ
ਔਰ ਆਉਣ ਵਾਲੇ 10 ਸਾਲਾਂ ਵਿੱਚ ਪੂਰਾ ਸ਼੍ਰੀਲੰਕਾ 100% ਆਰਗੈਨਿਕ ਸਟੇਟ ਬਣ ਜਾਵੇਗਾ। ਪਾਵਰ ਵਿੱਚ ਆਉਂਦੇ ਹੀ ਉਹਨਾਂ ਨੇ ਰਾਤੋਂ ਰਾਤ ਆਰਗੈਨਿਕ ਫਾਰਮਿੰਗ ਸ਼ੁਰੂ ਕਰਨ ਲਈ ਸਿੰਥੈਟਿਕ ਫਰਟੀਲਾਈਜ਼ਰ ਤੇ ਪੈਸਟੀਸਾਈਡਸ ਉੱਪਰ ਬੈਨ ਲਾ ਦਿੱਤਾ। ਇਸ ਦਾ ਕਾਰਨ ਇਹ ਵੀ ਸੀ ਕਿ ਫਰਟੀਲਾਈਜ਼ਰ ਇੰਪੋਰਟ ਬੰਦ ਹੋ ਸਕੇ ਔਰ ਪੈਸਾ ਬਚਾਇਆ ਜਾ ਸਕੇ, ਪਰ ਇੱਕਦਮ ਲਿੱਤਾ ਫੈਸਲਾ ਐਗਰੀਕਲਚਰ ਸੈਕਟਰ ਲਈ ਨੁਕਸਾਨਦਾਇਕ ਸਾਬਿਤ ਹੋਇਆ। ਇਸ ਬੈਨ ਨਾਲ ਫਸਲ ਦੀ ਪੈਦਾਵਾਰ ਇੱਕੋਦਮ ਘਟ ਗਈ। ਇਸ ਦਾ ਅਸਰ ਇਹ ਹੋਇਆ ਕਿ ਚਾਵਲ ਜੋ ਸ਼੍ਰੀਲੰਕਾ ਖੁਦ ਪ੍ਰੋਡਿਊਸ ਕਰਦਾ ਸੀ ਉਹ ਵੀ ਉਹਨਾਂ ਨੂੰ ਬਾਹਰੋਂ ਇੰਪੋਰਟ ਕਰਵਾਉਣਾ ਪਿਆ ਔਰ ਇਹੀ ਹਾਲ ਸ਼੍ਰੀਲੰਕਾ ਦੀ ਟੀ ਪ੍ਰੋਡਕਸ਼ਨ ਨਾਲ ਹੋਇਆ। ਦੋਸਤੋ, ਆਰਗੈਨਿਕ ਫਾਰਮਿੰਗ ਦਾ ਫੈਸਲਾ ਤਾਂ ਸਹੀ ਸੀ, ਪਰ ਰਾਤੋਂ ਰਾਤ ਜਲਦਬਾਜ਼ੀ ਵਿੱਚ ਲੈਣਾ ਹੀ ਗਲਤ ਸੀ। ਨੰਬਰ 3, ਤੀਜਾ ਵੱਡਾ ਕਾਰਨ ਹੈ ਫੂਡ ਮਾਫੀਆ। ਸਰਕਾਰ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਦਾ ਫੂਡ ਮਾਫੀਆ ਅਨਾਜ ਨੂੰ ਹੋਲਡ ਕਰਨ ਲੱਗ ਗਿਆ ਹੈ। ਫੂਡ ਮਾਫੀਆ ਵੱਲੋਂ ਚੋਰ ਬਾਜ਼ਾਰੀ ਚੱਲ ਰਹੀ ਹੈ, ਜਿਸ ਨਾਲ ਅਨਾਜ ਦੀ ਘਾਟ ਹੋ ਗਈ ਹੈ ਔਰ ਇੱਥੇ ਦਾਲ, ਚਾਵਲ, ਸ਼ੂਗਰ ਦੇ ਪ੍ਰਾਈਸਸ ਇੰਨੇ ਜ਼ਿਆਦਾ ਹਾਈ ਹੋ ਚੁੱਕੇ, ਲੋਕਾਂ ਨੂੰ ਇੱਥੇ ਬੇਸਿਕ ਨੀਡਸ ਦੀ ਸਪਲਾਈ ਵੀ ਨਹੀਂ ਮਿਲ ਰਹੀ। ਨੰਬਰ 4, ਚੌਥਾ ਵੱਡਾ ਕਾਰਨ ਹੈ ਫੋਰਨ ਡੈਪਟ। ਦੋਸਤੋ, ਫੋਰਨ ਡੈਪਟ ਮਤਲਬ ਬਾਹਰੀ ਕਰਜ਼ਾ। ਫੋਰਨ ਡੈਪਟ ਦੀ ਪ੍ਰੋਬਲਮ ਸ਼੍ਰੀਲੰਕਾ ਨਾਲ ਬਹੁਤ ਸਾਲਾਂ ਤੋਂ ਚੱਲ ਰਹੀ ਹੈ। ਸਾਲ 2017 ਵਿੱਚ ਸ਼੍ਰੀਲੰਕਾ ਦੀ ਇਹ ਡੈਪਟ ਟੋਟਲ $64 ਬਿਲੀਅਨ ਸੀ, ਜਿਸ ਵਿੱਚ ਸਰਕਾਰ ਦਾ 95% ਰੈਵਨਿਊ ਕਰਜ਼ੇ ਨੂੰ ਘਟਾਉਣ ਵਿੱਚ ਜਾਂਦਾ ਰਿਹਾ ਔਰ ਸਾਲ 2020 ਵਿੱਚ ਇਹ ਕਰਜ਼ਾ $51 ਬਿਲੀਅਨ ਦਾ ਸੀ, ਜਿਹੜਾ ਕਿ ਸਰਕਾਰ ਨੂੰ ਵਾਪਸ ਚੁਕਾਉਣਾ ਬਹੁਤ ਮੁਸ਼ਕਿਲ ਹੋ ਗਿਆ। ਨੰਬਰ 5, ਪੰਜਵਾਂ ਵੱਡਾ ਕਾਰਨ ਹੈ ਹੈਬਟੋਂਟਾ ਇੰਟਰਨੈਸ਼ਨਲ ਪੋਰਟ। ਦੋਸਤੋ, ਇਹ ਪੋਰਟ ਨਵੰਬਰ 2010 ਵਿੱਚ $1.3 ਬਿਲੀਅਨ ਦੀ ਰਕਮ ਨਾਲ ਬਣਾਇਆ ਗਿਆ ਸੀ ਔਰ ਇਸ ਦੀ ਰਕਮ ਚਾਈਨਾ ਤੋਂ ਲੋਨ ਦੇ ਰੂਪ ਵਿੱਚ ਲਿੱਤੀ ਗਈ ਸੀ। ਸਰਕਾਰ ਨੂੰ ਇਹ ਸੀ ਕਿ ਇਸ ਪ੍ਰੋਜੈਕਟ ਤੋਂ ਬਹੁਤ ਵੱਡਾ ਮੁਨਾਫਾ ਹੋਏਗਾ, ਪਰ ਇਸ ਦੇ ਉਲਟ ਪੋਰਟ ਨੂੰ ਭਾਰੀ ਨੁਕਸਾਨ ਝੱਲਣੇ ਪਏ। ਸ਼੍ਰੀਲੰਕਾ ਇਹ ਲੋਨ ਚਾਈਨਾ ਨੂੰ ਵਾਪਸ ਨਾ ਕਰ ਸਕਿਆ ਔਰ ਇਸ ਤੇ ਸਰਕਾਰ ਨੇ ਇਹ ਫੈਸਲਾ ਲਿਆ ਕਿ ਉਹ ਇਸ ਦਾ 80% ਸਟੇਕ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦੇਵੇ ਔਰ ਅੰਤ ਇਸ ਪੋਰਟ ਨੂੰ ਚਾਈਨਾ ਦੀ ਇੱਕ ਕੰਪਨੀ ਚਾਈਨਾ ਮਰਚੈਂਟਸ ਗਰੁੱਪ ਲਿਮਟਿਡ ਨੂੰ ਵੇਚ ਦਿੱਤਾ ਗਿਆ। ਇਸ ਵਿੱਚ 70% ਸਟੇਕ ਇਸ ਕੰਪਨੀ ਨੂੰ ਵੇਚ ਦਿੱਤਾ ਗਿਆ ਔਰ ਇਸ ਦਾ ਲੀਜ਼ ਪੀਰੀਅਡ ਰੱਖਿਆ ਗਿਆ 99 ਸਾਲ। ਦੋਸਤੋ, ਮੌਜੂਦਾ ਸਥਿਤੀ ਇਹ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਸ਼੍ਰੀਲੰਕਨ ਰੁਪੀਸ ਦੀ ਮਾਰਕੀਟ ਵੈਲਿਊ ਘਟ ਰਹੀ ਹੈ ਔਰ ਪੂਰਾ ਦੇਸ਼ ਕਰਜ਼ੇ ਵਿੱਚ ਦਬਦਾ ਜਾ ਰਿਹਾ ਹੈ। ਮੈਂ ਉਮੀਦ ਕਰਦਾ ਕਿ ਸ਼੍ਰੀਲੰਕਨ ਸਰਕਾਰ ਜਲਦ ਤੋਂ ਜਲਦ ਇਸ ਇਕਨੋਮਿਕ ਕ੍ਰਾਈਸਿਸ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰੇ। ਤੁਹਾਡਾ ਸ਼੍ਰੀਲੰਕਾ ਦੀ ਸਰਕਾਰ ਔਰ ਇਹਨਾਂ ਹਾਲਾਤਾਂ ਬਾਰੇ ਕੀ ਕਹਿਣਾ ਹੈ, ਕਮੈਂਟ ਕਰਕੇ ਜ਼ਰੂਰ ਦੱਸੋ ਔਰ ਇਸੇ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਫੈਕਟਸ ਵੀਡੀਓਜ਼ ਲਈ ਸਾਡਾ ਚੈਨਲ ਹੁਣੇ ਸਬਸਕ੍ਰਾਈਬ ਕਰੋ।